ਵਾਹਿਗੁਰੂ ਸਾਹਿਬ ਜੀ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੋਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਇਹਾ ਪਾਈ ਮੋਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਸਨਮੁਖ ਜੁੜ ਬੈਠੇ ਸਤ ਸੰਗੀ ਪਿਆਰਿਓ, ਆਓ ਸਿੱਖ ਰਹਿਤ ਮਰਿਆਦਾ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਸਾਂਝ ਪਾਈਏ। ਸਮੂਹ ਸਾਧ ਸੰਗਤ ਕਰੋ ਕਿਰਪਾ, ਅਸੀਸ ਬਖਸ਼ੋ, ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਿਆਦਾ ਦੀ ਹਰ ਹਫ਼ਤੇ ਲੜੀਵਾਰ ਵਿਚਾਰ ਕਰਦੇ ਹਾਂ। ਰਹਿਤ ਮਰਿਆਦਾ ਦਾ ਪੇਜ ਨੰਬਰ 16 ਸਧਾਰਨ ਪਾਠ ਦੇ ਸਰਲੇਖ ਹੇਠ ਆਪਾਂ ਵਿਚਾਰ ਕਰ ਰਹੇ ਹਾਂ। ਸੋ ਇਹਦੇ ਤਹਿਤ ਜਿਹੜੇ ਨਿਯਮ ਇਕੱਤਰ ਕੀਤੇ ਗਏ ਨੇ, ਉਹਨਾਂ ਵਿੱਚੋਂ ਭਾਵੇਂ ਪਿਛਲੇ ਹਫ਼ਤੇ ਆਪਾਂ 2 ਨਿਯਮਾਂ ਦੀ ਵਿਚਾਰ ਕਰ ਲਈ ਸੀ, ਪਰ ਇੱਕ ਲੜੀ ਬਣ ਸਕੇ ਮੈਂ ਸੰਖੇਪ ਜਿਹਾ ਉਹਨਾਂ ਨਿਯਮਾਂ ਨੂੰ ਪੜ੍ਹ ਕੇ ਫਿਰ ਆਪਾਂ ਅੱਜ ਦੇ ਵਿਸ਼ੇ ਨੂੰ ਅੱਗੇ ਲੈ ਕੇ ਚੱਲਣ ਦਾ ਯਤਨ ਕਰਾਂਗੇ। ਸਰਲੇਖ ਹੈ ਸਧਾਰਨ ਪਾਠ। ਸਧਾਰਨ ਪਾਠ ਕਿਵੇਂ ਕਰਨਾ ਚਾਹੀਦਾ ਹੈ, ਕਿ ਇਹਦਾ ਗੁਰਮਤਿ ਅਨੁਸਾਰ ਤਰੀਕਾ ਹੈ, ਇਹ ਸਾਰੀ ਵਿਚਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਕੀਤੀ ਗਈ ਹੈ। ਸੋ 1 ਨੰਬਰ ਹੈ ਊੜਾ। ਹਰ ਇੱਕ ਸਿੱਖ ਨੂੰ ਵਸ ਲੱਗੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ। ਹਰੇਕ ਸਿੱਖ ਨੂੰ ਵਸ ਲੱਗੇ, ਭਾਵ ਸੰਭਵ ਹੋ ਸਕੇ ਸਿੱਖ ਕੋਸ਼ਿਸ਼ ਕਰੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ। ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਸੁਭਾਵਿਕ ਗੱਲ ਹੈ ਕਿ ਆਪਾਂ ਸਵੇਰੇ ਪ੍ਰਕਾਸ਼ ਕਰਾਂਗੇ, ਹੁਕਮਨਾਮਾ ਲਵਾਂਗੇ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਸਹਿਜ ਪਾਠ ਵੀ ਭਾਵੇਂ 2 ਅੰਕ ਕਰੀਏ।
ਸੋ ਇਸ ਤਰ੍ਹਾਂ ਦਾ ਨਿਯਮ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਕੀਤਾ ਗਿਆ। ਐੜਾ ਭਾਵ ਨੰਬਰ 2, ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ। ਹਰੇਕ ਸਿੱਖ ਨੂੰ, ਸਿੱਖ ਬੀਬੀ ਨੂੰ, ਹਰੇਕ ਬੱਚੇ ਨੂੰ ਗੁਰਮੁਖੀ ਅੱਖਰ ਪੜ੍ਹ ਕੇ ਗੁਰਬਾਣੀ ਦਾ ਪਾਠ ਕਰਨਾ ਸਿੱਖਣਾ ਚਾਹੀਦਾ, ਕਿਉਂਕਿ ਗੁਰਬਾਣੀ ਗੁਰੂ ਹੈ ਤੇ ਗੁਰੂ ਦੇ ਨਾਲ ਸਾਂਝ ਪਾਉਣ ਵਾਸਤੇ ਜ਼ਰੂਰੀ ਹੈ ਕਿ ਹਰੇਕ ਸਿੱਖ ਆਪ ਸਧਾਰਨ ਪਾਠ, ਸਹਿਜ ਪਾਠ ਕਰਦਾ ਹੋਵੇ। ਨੰਬਰ 3 ਈੜੀ, ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜਿਹੜਾ 1 ਨੰਬਰ ਵਿੱਚ ਗੱਲ ਦੱਸੀ ਗਈ ਹੈ ਨਾ ਵੀ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰੇ ਸਿੱਖ, ਤੇ ਇਹ ਗੱਲ ਸੁਭਾਵਿਕ ਹੈ ਕਿ ਜਦੋਂ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਇੱਕ ਸੁਭਾਵਿਕ ਨਿਯਮ ਬਣ ਜਾਏਗਾ ਕਿ ਸਵੇਰੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਂ। ਤੇ ਜਦੋਂ ਆਪਾਂ ਪ੍ਰਕਾਸ਼ ਕਰਦੇ ਹਾਂ ਤੇ ਪ੍ਰਕਾਸ਼ ਦਾ ਜਿਹੜਾ ਤਰੀਕਾ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਕਰਕੇ ਤੇ ਖੱਬੇ ਪਾਸਿਓਂ ਪਹਿਲਾ ਸ਼ਬਦ ਉਹਨੂੰ ਹੁਕਮਨਾਮੇ ਦੇ ਰੂਪ ਵਿੱਚ ਪੜ੍ਹਿਆ ਜਾਵੇ। ਪਰ ਜੇ ਇਸ ਵਿੱਚ ਉਕਾਈ ਹੋ ਜਾਵੇ, ਭਾਵ ਸਰੀਰਕ ਢਿੱਲ ਮੱਠ ਦਾ ਕਾਰਨ ਜੇ ਇਹਦੇ ਵਿੱਚ ਉਕਾਈ ਹੋ ਜਾਵੇ, ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਸਿੱਖ ਦੇ ਜੀਵਨ ਦੀ ਇਹ ਮਰਿਆਦਾ ਹੈ, ਸਿੱਖ ਵੇ ਆਫ ਲਾਈਫ ਹੈ ਕਿ ਸਿੱਖ ਦਾ ਜੀਵਨ ਜਿਹੜਾ ਜਦੋਂ ਦਿਨ ਚੜ੍ਹੇ ਗੁਰੂ ਕੇ ਪ੍ਰਕਾਸ਼, ਗੁਰੂ ਕੇ ਹੁਕਮਨਾਮੇ, ਗੁਰੂ ਕੀ ਬਾਣੀ ਦੇ ਨਾਲ ਇਹਦਾ ਦਿਨ ਸ਼ੁਰੂ ਹੋਵੇ। ਤੇ ਨਾਲ ਬਕਾਇਦਾ ਜ਼ਿਕਰ ਕੀਤਾ ਕਿ ਜੇ ਇਸ ਵਿੱਚ ਉਕਾਈ ਹੋ ਜਾਵੇ, ਕਾਰਨ ਕਈ ਵਾਰੀ ਸਰੀਰਕ ਢਿੱਲ ਮੱਠ ਹੋ ਸਕਦੀ ਹੈ, ਜਾਂ ਫਿਰ ਕਿਸੇ ਤਰ੍ਹਾਂ ਦਾ ਜੋ ਵੀ ਸਫ਼ਰ ਆਦਿਕ ਵਿੱਚ ਔਕੜ ਦਾ ਸਮਾਂ ਹੋਵੇ, ਜਦੋਂ ਇਹ ਨਿਯਮ ਨਾ ਨਿਭਾਇਆ ਜਾ ਸਕਦਾ ਹੋਵੇ ਤੇ ਸ਼ੰਕਾ ਵੀ ਨਹੀਂ ਕਰਨੀ। ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਬਕਾਇਦਾ ਵੀ ਜੇ ਸਵੇਰੇ ਘਰ ਵਿੱਚ ਹੈ ਤੇ ਇਸ ਨਿਯਮ ਵਿੱਚ ਉਕਾਈ ਹੋ ਗਈ ਹੈ ਕਿ ਪ੍ਰਸ਼ਾਦ ਛਕਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਨਹੀਂ ਲਿਆ, ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਸਫ਼ਰ ਆਦ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ। ਮਨੁੱਖ ਸਫ਼ਰ ਤੇ ਹੈ, ਉੱਥੇ ਇਸ ਨੇਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਨਾ, ਹੁਕਮ ਲੈਣਾ ਹੈ, ਨੇਮ ਨੂੰ ਨਹੀਂ ਨਿਭਾਇਆ ਜਾ ਸਕਿਆ ਤੇ ਇਹ ਸ਼ੰਕਾ ਵਾਲੀ ਬਾਤ ਨਹੀਂ ਹੈ। ਭਾਵ ਇਹ ਕਿ ਜਿਹੜਾ ਸਿੱਖ ਰੋਜ਼ ਦਾ ਨੇਮੀ ਹੈ ਨਾ, ਘੱਟ ਤੋਂ ਘੱਟ ਜਪਜੀ ਸਾਹਿਬ ਦੀ ਬਾਣੀ ਤੇ ਕੰਠ ਹੋ ਹੀ ਜਾਂਦੀ ਹੈ। ਜੇ ਹੁਕਮਨਾਮਾ ਨਹੀਂ ਵੀ ਲਿਆ, ਸਫ਼ਰ ਵਿੱਚ ਵੀ ਵਿਚਰਦਾ ਸਿੱਖ ਆਪਣੇ ਸਮੇਂ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰ ਸਕਦਾ ਬੈਠ ਕੇ। ਜਿਵੇਂ ਵੀ ਗੁਰ ਮੰਤਰ, ਮੂਲ ਮੰਤਰ ਪੜ੍ਹਿਆ ਜਾ ਸਕਦਾ, ਮੁਰਾਦ ਤੇ ਆਪਣੇ ਗੁਰੂ ਦੇ ਪਿਆਰ ਵਿੱਚ ਜੁੜਨ ਦੀ ਹੈ। ਇਸ ਕਰਕੇ ਸਪਸ਼ਟ ਜ਼ਿਕਰ ਕੀਤਾ ਕਿ ਸਫ਼ਰ ਆਦ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ। ਨੰਬਰ 4 ਸੱਸਾ, ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਧਾਰਨ ਪਾਠ ਜਾਰੀ ਰੱਖੇ
ਤੇ ਮਹੀਨੇ 2 ਮਹੀਨੇ ਮਗਰੋਂ ਅੱਗੇ ਬ੍ਰੈਕਟ ਵਿੱਚ ਜ਼ਿਕਰ ਕੀਤਾ, ਜਾਂ ਜਿਤਨੇ ਸਮੇਂ ਵਿੱਚ ਹੋ ਸਕੇ ਭੋਗ ਪਾਵੇ। ਭਾਵ ਹਰੇਕ ਸਿੱਖ ਆਪਣਾ ਸੁਧਾਰਨ ਪਾਠ ਜਾਰੀ ਰੱਖੇ ਮਹੀਨੇ 2 ਮਹੀਨੇ ਵਿੱਚ, ਤੇ ਬਕਾਇਦਾ ਫਿਰ ਨਾਲ ਜ਼ਿਕਰ ਕੀਤਾ ਵੀ ਜਿੰਨਾ ਵੀ ਸਮਾਂ ਹੋ ਸਕੇ, ਭਾਵੇਂ 6 ਮਹੀਨੇ ਲੱਗ ਜਾਣ, ਭਾਵੇਂ ਸਾਲ ਲੱਗ ਜਾਵੇ, ਪਰ ਜਿਹੜਾ ਸਧਾਰਨ ਪਾਠ ਹੈ ਉਹ ਸਹਿਜ ਨਾਲ ਬੜੇ ਪ੍ਰੇਮ ਭਾਵ ਨਾਲ ਕਰਨਾ ਚਾਹੀਦਾ। ਕਈ ਪ੍ਰੇਮੀ ਸਧਾਰਨ ਪਾਠ ਨੂੰ ਸਹਿਜ ਪਾਠ ਵੀ ਆਖਦੇ ਨੇ। ਸਿੱਖ ਰਹਿਤ ਮਰਿਆਦਾ ਵਿੱਚ 2 ਤਰ੍ਹਾਂ ਦੇ ਪਾਠਾਂ ਦਾ ਜ਼ਿਕਰ ਹੈ, ਜਾਂ ਤੇ ਅਖੰਡ ਪਾਠ ਦਾ ਜਾਂ ਸਧਾਰਨ ਪਾਠ ਦਾ। ਵੈਸੇ ਮੇਰੀ ਸਮਝ ਦੇ ਅਨੁਸਾਰ ਜਿਹੜਾ ਸਹਿਜ ਪਾਠ ਲਫ਼ਜ਼ ਹੈ, ਇਹ ਵੀ ਇੱਕ ਵਧੀਆ ਲਫ਼ਜ਼ ਹੈ, ਇੱਕ ਰਿਸਪੈਕਟੇਬਲ ਵਰਡ ਹੈ। ਜਦੋਂ ਕਦੀ ਸਿੱਖ ਰਹਿਤ ਮਰਿਆਦਾ ਵਿੱਚ ਪੰਥਕ ਵਿਦਵਾਨ ਸਿਰ ਜੋੜ ਕੇ ਬੈਠਣਗੇ, ਹੋ ਸਕਦਾ ਹੈ ਇਸ ਲਫ਼ਜ਼ ਨੂੰ ਪ੍ਰਵਾਨ ਕਰ ਲਿਆ ਜਾਵੇ ਸਹਿਜ ਪਾਠ, ਲੇਕਿਨ ਫਿਲਹਾਲ ਰਹਿਤ ਮਰਿਆਦਾ ਵਿੱਚ ਸਧਾਰਨ ਪਾਠ ਲਿਖਿਆ ਹੈ। ਤੇ ਸਧਾਰਨ ਪਾਠ ਦਾ ਭਾਵ 2 ਤਰ੍ਹਾਂ ਦੇ ਪਾਠਾਂ ਦਾ ਜ਼ਿਕਰ ਹੈ। ਇੱਕ ਤੇ ਅਖੰਡ ਪਾਠ ਜਿਹੜਾ ਬਿਨਾਂ ਰੁਕਣ ਤੋਂ ਲਗਾਤਾਰ ਚੱਲਣਾ ਹੈ, ਤੇ ਸਧਾਰਨ ਦਾ ਭਾਵ ਜਿਹੜਾ ਨਿਰੰਤਰ ਨਹੀਂ ਹੈ। ਬਸ ਇਹ ਗੱਲ ਹੈ। ਤੇ ਹਰੇਕ ਸਿੱਖ ਜਿਹੜਾ ਉਹ ਆਪਣਾ ਸਧਾਰਨ ਪਾਠ ਜਿਹੜਾ ਉਹ ਜਾਰੀ ਰੱਖੇ, ਜਿੰਨੇ ਸਮੇਂ ਵਿੱਚ, ਮਹੀਨੇ 2 ਮਹੀਨੇ ਮਗਰੋਂ ਜਾਂ ਜਿਤਨੇ ਸਮੇਂ ਵਿੱਚ ਹੋ ਸਕੇ ਭੋਗ ਪਾਵੇ। ਭਾਵ ਨੰਬਰ 5, ਪਾਠ ਆਰੰਭ ਕਰਨ ਸਮੇਂ ਆਨੰਦ ਸਾਹਿਬ ਪਹਿਲੀਆਂ 5 ਪੌੜੀਆਂ ਤੇ ਇੱਕ ਅੰਤਲੀ ਪੌੜੀ ਦੇ ਪਾਠ ਮਗਰੋਂ ਅਰਦਾਸਾ ਕਰਕੇ ਹੁਕਮ ਲੈਣਾ ਚਾਹੀਏ। ਫਿਰ ਜਪ ਸਾਹਿਬ ਦਾ ਪਾਠ ਕਰਨਾ ਚਾਹੀਏ। ਪਾਠ ਆਰੰਭ ਕਰਨ ਦੀ ਜਿਹੜੀ ਮਰਿਆਦਾ ਹੈ, ਪਾਠ ਆਰੰਭ ਕਰਨ ਸਮੇਂ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਇੱਕ ਅੰਤਲੀ ਪੌੜੀ ਦਾ ਪਾਠ ਕਰਕੇ ਤੇ ਅਰਦਾਸ ਕਰਕੇ ਫਿਰ ਹੁਕਮ ਲੈਣਾ ਚਾਹੀਏ। ਭਾਵ ਇਹ ਹੈ ਕਿ ਆਪਾਂ ਜਿਵੇਂ ਦੇਖਦੇ ਹਾਂ ਬਹੁਤੇ ਪ੍ਰੇਮੀ ਜਨ ਇਹਨਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਦੇ ਨਾਲ ਜਪਜੀ ਸਾਹਿਬ ਦਾ ਸ਼ਲੋਕ ਵੀ ਪੜ੍ਹਦੇ ਨੇ। ਆਮ ਕਰਕੇ ਦੀਵਾਨਾਂ ਵਿੱਚ ਵੀ ਜਦੋਂ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ, ਉਹਦੇ ਨਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਲਾ ਸ਼ਲੋਕ ਵੀ ਪੜ੍ਹਿਆ ਜਾਂਦਾ ਹੈ। ਪਰ ਦਾਸ ਬੇਨਤੀ ਕਰੇ, ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਸ਼ਲੋਕ ਨੂੰ ਪੜ੍ਹਨ ਦਾ ਜ਼ਿਕਰ ਨਹੀਂ ਹੈ। ਸ਼ਾਇਦ ਇਹ ਦੀਵਾਨ ਦੀ ਸਮਾਪਤੀ ਤੇ ਆਨੰਦ ਸਾਹਿਬ ਪੜ੍ਹਦਿਆਂ ਕਈਆਂ ਨੇ ਦੀਵਾਨ ਦੀ ਸਮਾਪਤੀ ਵਾਲਾ ਪੱਖ ਮਿਥ ਲਿਆ ਵੀ ਕੀਤੀ ਛੁੱਟੀ ਨਾਲ ਵੀ ਹੋਣਾ, ਦੀਵਾਨ ਦੀ ਸਮਾਪਤੀ ਛੁੱਟੀ ਵਾਲੀ ਗੱਲ ਬਣ ਗਈ ਹੈ। ਸ਼ਾਇਦ ਤਾਂ ਕਰਕੇ ਇਸ ਸ਼ਲੋਕ ਨੂੰ ਨਾਲ ਪੜ੍ਹਿਆ ਜਾਣ ਲੱਗਿਆ ਔਰ ਲੰਬੇ ਸਮੇਂ ਤੋਂ ਪੜ੍ਹਿਆ ਜਾਂਦਾ ਹੈ, ਇਸ ਕਰਕੇ ਇਹ ਪ੍ਰਥਾ ਵੀ ਚੱਲਦੀ ਆ ਰਹੀ ਹੈ। ਪਰ ਜਿਹੜੇ ਸੁਚੇਤ ਨੇ, ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਪੜ੍ਹੀ ਹੈ, ਉਹ ਨਾਲ ਸ਼ਲੋਕ ਨਹੀਂ ਪੜ੍ਹਦੇ। ਉਹ 5 ਪੌੜੀਆਂ ਦਾ ਪਾਠ ਆਨੰਦ ਸਾਹਿਬ ਦਾ ਜੋ ਰਹਿਤ ਮਰਿਆਦਾ ਵਿੱਚ ਲਿਖਿਆ ਤੇ ਇੱਕ ਅੰਤਲੀ ਪੌੜੀ, ਇਹਦਾ ਪਾਠ ਕਰਨ ਮਗਰੋਂ ਅਰਦਾਸ ਕਰਕੇ ਹੁਕਮ ਲੈਣਾ ਚਾਹੀਏ। ਇਹ ਪਾਠ ਦੀ ਆਰੰਭਤਾ ਹੈ। ਫਿਰ ਜਪ ਸਾਹਿਬ ਦਾ ਪਾਠ ਕਰਨਾ ਚਾਹੀਏ। ਹੁਕਮਨਾਮਾ ਲੈਣ ਤੋਂ ਉਪਰੰਤ ਜਪ ਸਾਹਿਬ ਦਾ ਪਾਠ, ਜਿਹਨੂੰ ਆਪਾਂ ਜਪ ਜੀ ਸਾਹਿਬ ਵੀ ਕਹਿੰਦੇ, ਭਾਵ ਕਿ ਸਤਿਕਾਰ ਨਾਲ ਜੀ ਵੀ ਨਾਲ ਲਾਇਆ, ਸਾਹਿਬ ਵੀ ਨਾਲ ਅਸੀਂ ਲਾ ਲੈਂਦੇ ਹਾਂ। ਗੁਰਬਾਣੀ ਵਿੱਚ ਜਿਹੜਾ ਸਰਲੇਖ ਹੈ ਉਹ ਜਪ ਹੀ ਹੈ। ਗੁਰ ਪ੍ਰਸਾਦ ਜਪ, ਜਪ ਗੁਰਬਾਣੀ ਦਾ ਸਰਲੇਖ ਹੈ।
ਤੇ ਇਸੇ ਬਾਣੀ ਨੂੰ ਹੀ ਅਸੀਂ ਜਪ ਜੀ ਵੀ ਕਹਿੰਦੇ ਆ, ਜਪ ਜੀ ਸਾਹਿਬ ਵੀ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਰਲੇਖ ਜਪ ਹੈ ਤੇ ਹੁਕਮਨਾਮੇ ਤੋਂ ਬਾਅਦ ਵਿੱਚ ਜਪ ਸਾਹਿਬ ਦਾ ਪਾਠ ਕਰਨਾ ਚਾਹੀਏ ਦਾ ਭਾਵ ਕਿ ਹੁਕਮਨਾਮਾ ਲੈ ਕੇ ਫਿਰ ਉਹਦੇ ਵਿੱਚ ਕੋਈ ਵਿਆਖਿਆ, ਕੋਈ ਵਿਚਾਰ ਨਹੀਂ ਸ਼ੁਰੂ ਕਰਨੀ ਚਾਹੀਦੀ। ਮੁੱਖ ਵਾਕ ਹੁਕਮਨਾਮਾ ਲੈ ਕਰਕੇ ਤੇ ਭਾਵ ਕਿ ਪਾਠ ਆਰੰਭ ਹੋ ਜਾਏ। ਜਪ ਸਾਹਿਬ ਦਾ ਪਾਠ ਕਰਨਾ ਚਾਹੀਏ ਦਾ ਭਾਵ ਕਿ ਪਾਠ ਆਰੰਭ ਹੋ ਜਾਵੇ, ਫਿਰ ਵਿੱਚ ਕੋਈ ਹੋਰ ਵਿਚਾਰ ਨਹੀਂ ਹੋ ਸਕਦੀ। ਅਗਲਾ ਸਰਲੇਖ ਹੈ ਅਖੰਡ ਪਾਠ। ਇਹਦੇ ਤਹਿਤ ਸਿੱਖ ਵਿਦਵਾਨਾਂ ਨੇ 3 ਨਿਯਮ ਇਕੱਤਰ ਕੀਤੇ ਨੇ। ਪਹਿਲਾ ਨੰਬਰ 1 ਊੜਾ, ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਅਖੰਡ ਪਾਠ ਦੀ ਰੀਤੀ ਕਦੋਂ ਚੱਲੀ? ਸਿੱਖ ਵਿਦਵਾਨਾਂ ਦੇ ਮੁਤਾਬਕ 18ਵੀਂ ਸਦੀ ਦੇ ਵਿੱਚ ਬੁੱਢਾ ਦਲ ਦੇ ਸਿੰਘਾਂ ਨੇ ਇਹ ਮਰਿਆਦਾ ਸ਼ੁਰੂ ਕੀਤੀ। ਸਿੱਖਾਂ ਦਾ ਜੰਗਲੀ ਵਾਸ ਹੋਇਆ ਕਰਦਾ ਸੀ, ਸਮਾਂ ਬੜਾ ਭਿਆਨਕ ਸੀ, ਹਕੂਮਤ ਸਿੱਖਾਂ ਦੇ ਪਿੱਛੇ ਪਈ ਹੋਈ ਸੀ। ਪਰ ਸਿੱਖਾਂ ਦਾ ਪਿਆਰ ਵੇਖੋ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਕੀ ਬਾਣੀ ਨਾਲ। ਅੱਜ ਤੇ ਹਾਲਾਤ ਹੀ ਬੜੇ ਕਾਰਾਗਰ ਨੇ, ਪਰ ਸਿੱਖ ਫਿਰ ਵੀ ਗੁਰਬਾਣੀ ਤੋਂ ਟੁੱਟਿਆ ਹੋਇਆ ਹੈ। ਉਹ ਸਿੱਖ ਕਿੰਨੇ ਮਹਾਨ ਹੋਣਗੇ, ਰਹਿਣ ਦਾ ਟਿਕਾਣਾ ਨਹੀਂ, ਖਾਣ ਦਾ ਕੋਈ ਪ੍ਰਬੰਧ ਨਹੀਂ, ਸੌਣ ਦਾ ਕੋਈ ਸਮਾਂ ਨਹੀਂ। ਇੰਨੇ ਵਿਖੜੇ ਸਮੇਂ ਦੇ ਵਿੱਚ ਜਦੋਂ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਕੁਝ ਖਤਰਾ ਘੱਟ ਹੈ, 1-2 ਦਿਨ ਆਪਾਂ ਰਹਿ ਸਕਦੇ ਹਾਂ, ਉਹ ਜਿੱਥੋਂ ਵੀ ਨੇੜੇ ਸਥਾਨ ਤੋਂ ਜਾਂ ਉਹਨਾਂ ਦੇ ਜਥੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੌਜੂਦ ਹੁੰਦਾ, ਉਹਨਾਂ ਨੇ ਇਹ ਵਿਚਾਰ ਬਣਾ ਲੈਣੀ ਕਿ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਲਈਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਹਿਲੇ ਅੰਕ ਤੋਂ ਲੈ ਕੇ ਅਖੀਰਲੇ ਤੱਕ ਆਪਾਂ ਜਿਹੜਾ ਸਮਾਂ ਹੈ ਨਾ, ਉਹ ਗੁਰਬਾਣੀ ਪੜ੍ਹ ਕੇ ਸਾਰੇ ਸਿੱਖ ਮਿਲ ਕੇ ਪਾਠ ਕਰਦੇ ਸਨ ਤੇ ਇਸ ਸਮੇਂ ਨੂੰ ਸਫਲ ਕਰ ਲਈਏ। ਇਹ ਮਰਿਆਦਾ ਜਿਹੜੀ ਅਖੰਡ ਪਾਠ ਦੀ ਹੈ, ਸਿੱਖ ਵਿਦਵਾਨਾਂ ਦੀ ਵਿਚਾਰ ਹੈ ਕਿ ਉਦੋਂ ਚੱਲੀ 18ਵੀਂ ਸਦੀ ਵਿੱਚ। ਤਾਂ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਤੇ ਸਿੱਖ ਜਦੋਂ ਸਮਾਂ ਮਿਲਦਾ ਸੀ ਇਕੱਤਰ ਹੋ ਕਰਕੇ ਆਪਣੇ ਅੰਦਰ ਗੁਰੂ ਕੀ ਬਾਣੀ ਦੀ ਸਪਿਰਿਟ ਕਾਇਮ ਰੱਖਣ ਵਾਸਤੇ, ਆਪਣੇ ਮਨ ਕਰਕੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਉਹ ਗੁਰਬਾਣੀ ਦਾ ਓਟ ਆਸਰਾ ਲੈਂਦੇ ਸੀ ਤੇ ਨਿਰੰਤਰ ਗੁਰਬਾਣੀ ਦਾ ਪਾਠ ਕਰਦੇ ਸੀ। ਉਦੋਂ ਤੋਂ ਇਹ ਮਰਿਆਦਾ ਜਿਹੜੀ ਉਹ ਆਰੰਭ ਹੋ ਗਈ। ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਅਖੰਡ ਪਾਠ ਆਮ ਕਰਕੇ 48 ਘੰਟਿਆਂ ਦੇ ਵਿੱਚ ਸੰਪੂਰਨ ਹੋ ਜਾਂਦਾ ਹੈ। ਇਹਦਾ ਇੱਕ ਕਾਰਨ ਹੈ, ਜਿਹੜੇ ਸਿੱਖ ਗੁਰਬਾਣੀ ਦਾ ਚੰਗਾ ਅਭਿਆਸ ਰੱਖਦੇ ਨੇ, ਗੁਰਬਾਣੀ ਨੂੰ ਸਹਿਜ ਪਾਠ ਜਿਨ੍ਹਾਂ ਨੇ ਬਹੁਤ ਕੀਤਾ ਹੋਵੇ, ਉਹਨਾਂ ਦੇ ਗੁਰਬਾਣੀ ਦੀ ਇੱਕ 22ਵੀਂ ਚਾਲ ਦੇ ਵਿੱਚ ਵੀ ਘੰਟੇ ਵਿੱਚ ਤਕਰੀਬਨ 30 ਅੰਗ ਪਾਠ ਹੋ ਜਾਂਦਾ ਹੈ ਤੇ 2 ਘੰਟਿਆਂ ਵਿੱਚ 60 ਅੰਕ ਪਾਠ ਹੋ ਜਾਂਦਾ ਹੈ। ਤੇ ਅਖੰਡ ਪਾਠ ਗੁਰੂ ਸਾਹਿਬ ਦੇ ਅੰਕਾਂ ਦੇ ਮੁਤਾਬਕ 48 ਘੰਟਿਆਂ ਵਿੱਚ ਭੋਗ ਪੈ ਜਾਂਦਾ। ਜਿਹੜੇ ਅਭਿਆਸ ਵਾਲੇ ਸਿੱਖ ਨੇ ਨਾ, ਉਹ ਬੜਾ ਸਾਫ਼ ਸ਼ੁੱਧ ਪਾਠ ਕਰਕੇ ਵੀ ਘੰਟੇ ਦੇ ਵਿੱਚ 30 ਅੰਗ ਪਾਠ ਬੜੇ ਆਰਾਮ ਨਾਲ ਕਰ ਲੈਂਦੇ ਨੇ। ਇਸ ਕਰਕੇ ਉਦੋਂ ਸਿੱਖ ਕਿਉਂਕਿ ਗੁਰਬਾਣੀ ਦਾ ਪਿਆਰ ਬੜਾ ਸੀ, ਜਦੋਂ ਸਮਾਂ ਮਿਲਦਾ ਸੀ ਗੁਰਬਾਣੀ ਪੜ੍ਹਦੇ ਸੀ, ਸਹਿਜ ਪਾਠ ਕਰਦੇ ਸੀ ਤੇ ਉਹ ਥੋੜੇ ਸਮੇਂ ਵਿੱਚ 48 ਘੰਟੇ ਦੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪੂਰੇ ਸਰੂਪ ਦਾ ਪਾਠ ਕਰ ਲਿਆ ਕਰਦੇ ਸਨ। ਤਾਂ ਕਰਕੇ ਇਹ ਇੱਕ ਵਿਚਾਰ ਬਣ ਗਈ ਕਿ 48 ਘੰਟੇ ਵਿੱਚ ਸੰਪੂਰਨ ਹੋ ਜਾਂਦਾ ਹੈ।
ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਇਹ ਅਖੰਡ ਪਾਠ ਜਿਹੜਾ ਬਿਨਾਂ ਰੁਕਣ ਤੋਂ ਲਗਾਤਾਰ ਕੀਤਾ ਜਾਂਦਾ ਹੈ। ਪਾਠ ਸਾਫ਼ ਤੇ ਸ਼ੁੱਧ ਹੋਵੇ। ਪਾਠ ਜਿਹੜਾ ਕਰਨ ਵਾਲੇ ਨੂੰ ਵੀ ਸਮਝ ਆ ਰਹੀ ਹੋਵੇ ਮੈਂ ਕੀ ਪੜ੍ਹ ਰਿਹਾ, ਸੁਣਨ ਵਾਲਾ ਸੁਣਦਾ ਹੋਵੇ ਤੇ ਉਹਨੂੰ ਵੀ ਪਾਠ ਸਾਫ਼ ਸ਼ੁੱਧ ਸੁਣਾਈ ਦਿੰਦਾ ਹੋਵੇ। ਭਾਵ ਇਹਦਾ ਇਹ ਹੈ ਕਿ ਪਾਠ ਇੰਨਾ ਤੇਜ਼ ਸਮੇਂ ਨੂੰ ਮੁੱਖ ਰੱਖ ਕੇ ਕਰਨਾ ਵੀ ਸੁਣਨ ਵਾਲੇ ਨੂੰ ਸਮਝ ਹੀ ਨਾ ਆਉਂਦੀ ਹੋਵੇ। ਇਹ ਵੀ ਗੁਰਬਾਣੀ ਦੀ ਨਰਾਦਰੀ ਕਰਨ ਦੇ ਤੁੱਲ ਹੈ। ਇਸ ਲਈ ਪਾਠ ਤੇ ਸਾਫ਼ ਤੇ ਸ਼ੁੱਧ ਹੋਵੇ। ਬਹੁਤਾ ਤੇਜ਼ ਪੜ੍ਹਨਾ ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ ਗੁਰਬਾਣੀ ਦੀ ਨਿਰਾਦਰੀ ਹੈ। ਬਕਾਇਦਾ ਬੜਾ ਸਪਸ਼ਟ ਲਿਖਿਆ ਹੋਇਆ ਹੈ, ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਏ। ਅੱਖਰ ਮਾਤਰ ਦਾ ਹਰੇਕ ਲਗ ਮਾਤਰ ਦਾ ਉਚਾਰਨ ਦਾ ਧਿਆਨ ਰੱਖਦਿਆਂ ਹੋਇਆ ਪਾਠ ਜਿਹੜਾ ਹੈ ਉਹ ਸਾਫ਼ ਤੇ ਸ਼ੁੱਧ ਦਾ ਭਾਵ ਕਿ ਜਿੱਥੇ ਉਚਾਰਨ ਸ਼ੁੱਧ ਹੋਣ ਉੱਥੇ ਬੜਾ ਸਾਫ਼ ਪਾਠ ਦਾ ਭਾਵ ਹੈ ਵੀ ਸੁਣਨ ਵਾਲੇ ਨੂੰ ਬੜਾ ਸਪਸ਼ਟ ਸੁਣਾਈ ਦਿੰਦਾ ਹੋਵੇ ਕਿ ਗੁਰੂ ਦਾ ਸ਼ਬਦ ਜਿਹੜਾ ਪੜ੍ਹਿਆ ਜਾ ਰਿਹਾ ਹੈ ਇਹ ਕੀ ਪੜ੍ਹਿਆ ਜਾ ਰਿਹਾ ਹੈ। ਭਾਵੇਂ ਸਮਾਂ ਕੁਝ ਵਧੇਕ ਲੱਗ ਜਾਵੇ। ਜਿਹੜਾ ਉੱਪਰ 48 ਘੰਟਿਆਂ ਦੀ ਗੱਲ ਦੱਸੀ ਹੈ ਨਾ, ਬਕਾਇਦਾ ਲਿਖਿਆ ਕਿ ਭਾਵੇਂ 48 ਘੰਟੇ ਦੀ ਬੰਦਸ਼ ਨਹੀਂ ਹੈ, 48 ਘੰਟੇ ਤੋਂ 50 ਵੀ ਲੱਗ ਜਾਣ, ਕੋਈ ਇਸ ਤਰ੍ਹਾਂ ਦੀ ਮੁਸ਼ਕਲ ਨਹੀਂ ਹੈ। ਕਈ ਵਾਰੀ ਸਾਡੇ ਮਨ ਵਿੱਚ ਇਹ ਖਿਆਲ ਹੁੰਦਾ ਵੀ 10 ਵਜੇ ਪਾਠ ਰੱਖਿਆ ਸੀ, ਭੋਗ ਪੈਂਦਿਆਂ 10:30 ਹੋ ਗਏ ਨੇ, 48 ਘੰਟੇ ਲੱਗ ਗਏ ਨੇ। ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ ਭਾਵੇਂ ਸਮਾਂ ਕੁਝ ਵਧੇਕ ਲੱਗ ਜਾਵੇ। ਕੁਝ ਵਧੇਕ ਦਾ ਭਾਵ ਕਿ ਪਾਠ ਬਹੁਤਾ ਤੇਜ਼ ਨਹੀਂ ਕਰਨਾ ਜਿਹਦੇ ਨਾਲ ਪੜ੍ਹਨ ਸੁਣਨ ਦੀ ਸਮਝ ਨਾ ਪਵੇ। ਤੇ ਭਾਵੇਂ 48 ਦੀ ਬਜਾਏ 49-50 ਘੰਟੇ ਲੱਗ ਜਾਣ, ਵੱਧ ਸਮਾਂ ਲੱਗ ਜਾਏ, ਕਿਉਂਕਿ ਭਾਵੇਂ ਸਧਾਰਨ ਪਾਠ ਕਰਨਾ ਹੈ ਭਾਵੇਂ ਅਖੰਡ ਪਾਠ ਕਰਨਾ ਹੈ, ਦੋਹਾਂ ਦਾ ਮੰਤਵ ਹੈ ਕਿ ਸਿੱਖ ਨੇ ਗੁਰੂ ਕੀ ਬਾਣੀ ਤੋਂ ਆਪਣੀ ਜੀਵਨ ਸੇਧ ਪ੍ਰਾਪਤ ਕਰਨੀ ਆਪਣੇ ਜੀਵਨ ਵਾਸਤੇ, ਤੇ ਗੁਰਬਾਣੀ ਦਾ ਆਨੰਦ ਲੈਣਾ ਹੈ ਪੜ੍ਹ ਕੇ, ਨਾ ਕਿ ਕੋਈ ਇੱਕ ਫਾਰਮੈਲਿਟੀ ਪੂਰੀ ਕਰਨੀ ਹੁੰਦੀ ਹੈ। ਇਸ ਕਰਕੇ ਭਾਵੇਂ ਸਮਾਂ ਵਧੇਕ ਵੀ ਲੱਗ ਜਾਵੇ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂ, ਅਖੰਡ ਪਾਠ ਦੇ ਵਿੱਚ ਮੱਧ ਲਾਉਣ ਵਾਲੀ ਮਰਿਆਦਾ ਸਾਡੇ ਪ੍ਰਚਲਿਤ ਹੋ ਚੁੱਕੀ ਹੈ। ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਅਖੰਡ ਪਾਠ ਦੇ ਸਰਲੇਖ ਹੇਠ ਆਪਾਂ ਨੰਬਰ 1 ਊੜੇ ਨੂੰ ਵਿਚਾਰਿਆ ਹੈ, ਤੇ ਸਿੱਖ ਰਹਿਤ ਮਰਿਆਦਾ ਵਿੱਚ ਮੱਧ ਦੀ ਮਰਿਆਦਾ ਦਾ ਕੋਈ ਜ਼ਿਕਰ ਨਹੀਂ ਆਉਂਦਾ। ਇਹ ਕਦੋਂ ਸ਼ੁਰੂ ਹੋਈ, ਕਿਵੇਂ ਸ਼ੁਰੂ ਹੋਈ, ਇਸ ਬਾਰੇ ਕੁਝ ਕਹਿ ਨਹੀਂ ਸਕਦੇ। ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਜੇ ਅਰਦਾਸ ਕਰਕੇ ਪਾਠ ਦੀ ਅਰਦਾਸ ਇਹ ਕੀਤੀ ਹੈ ਕਿ ਅਖੰਡ ਪਾਠ, ਅਖੰਡ ਭਾਵ ਜਿਹੜਾ ਖੰਡਨ ਨਾ ਹੋਵੇ, ਜਿਹਦੇ ਵਿੱਚ ਰੁਕਣਾ ਨਹੀਂ ਹੈ, ਲਗਾਤਾਰ ਚੱਲਦੇ ਰਹਿਣਾ ਹੈ, ਤੇ ਫਿਰ ਮੱਧ ਦੀ ਮਰਿਆਦਾ ਦੀ ਕੋਈ ਲੋੜ ਨਹੀਂ ਹੈ। ਪਰ ਜਿਵੇਂ ਪ੍ਰਚਲਿਤ ਹੋ ਗਈ ਹੈ, ਇੱਕ ਸੁਭਾਅ ਬਣਿਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ 6 ਪੌੜੀਆਂ ਆਨੰਦ ਸਾਹਿਬ ਪੜ੍ਹ ਕੇ ਆਪਾਂ ਅਰਦਾਸ ਕਰ ਦਿੰਦੇ ਹਾਂ। ਪਰ ਮੈਂ ਸੰਗਤ ਦੀ ਆਮ ਜਾਣਕਾਰੀ ਲਈ ਬੇਨਤੀ ਕਰਾਂ ਕਿ ਜਿੱਥੇ ਆਪਾਂ ਮੱਧ ਸਮਝਦੇ ਆ ਨਾ, ਜਿਹੜਾ ਮੱਧ ਪ੍ਰਚਾਰਿਆ ਗਿਆ ਕਿ ਇੱਥੇ ਆ ਕੇ ਮੱਧ ਆਉਂਦਾ ਹੈ, ਤੁਸੀਂ ਇਹ ਗੱਲ ਬੜੀ ਸੌਖੀ ਸਮਝ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਦੇ 1430 ਅੰਕ ਨੇ, ਤੇ 1430 ਮੱਧ ਦਾ ਭਾਵ ਕੀ ਹੈ ਵੀ ਅੱਧ, ਵਿਚਕਾਰ। ਤੇ ਇਹ ਜੇ ਮੱਧ ਦੀ ਗੱਲ ਕਰਨੀ ਹੈ ਤੇ ਫਿਰ 1430 ਦਾ ਅੱਧ ਜਿਹੜਾ ਉਹ 715 ਬਣਦਾ ਹੈ। ਤੇ ਮੱਧ ਦੀ ਅਰਦਾਸ ਅਸੀਂ 705 ਤੇ ਜੈਤ ਸਰੀ ਦੀ ਵਾਰ ਦਾ ਜਦੋਂ ਸ਼ੁਰੂ ਹੁੰਦੀ ਹੈ ਨਾ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਤੇ ਇਹ ਅਰਦਾਸ ਆਪਾਂ ਉਦੋਂ ਕਰ ਰਹੇ ਹੁੰਦੇ ਹਾਂ। ਤੇ ਕਈ ਵਾਰੀ ਮਨ ਵਿੱਚ ਇਹ ਵੀ ਵਿਚਾਰ ਹੁੰਦਾ ਹੈ ਕਿ ਜੇ ਇਹ ਸ਼ਬਦ ਲੰਘ ਗਿਆ ਤੇ ਮੱਧ ਲੰਘ ਗਿਆ,
ਨਹੀਂ। ਮੱਧ ਜਿਹੜਾ, ਜੇ ਆਪਾਂ ਮੱਧ ਵਿਚਕਾਰਲੇ ਹਿੱਸੇ ਨੂੰ ਅੱਧ ਦੀ ਗੱਲ ਕਰਕੇ ਚੱਲਣੀ ਹੈ ਫਿਰ ਤੇ 715 ਤੇ ਅਰਦਾਸ ਹੋਣੀ ਚਾਹੀਦੀ ਹੈ, ਕੋਈ ਗੱਲ ਸਮਝ ਵਿੱਚ ਵੀ ਆਵੇਗੀ। ਤੇ ਜੇ ਆਪਾਂ ਇਸ ਤੁਕ ਨੂੰ ਲੈ ਕੇ ਚੱਲੀਏ ਕਿ ਆਦ ਪੂਰਨ ਮੱਧ ਪੂਰਨ ਆ ਗਿਆ, ਤਾਂ ਕਰਕੇ ਤੇ ਇਹਦੇ ਤਿੰਨੇ ਹੀ ਗੱਲਾਂ ਆ ਗਈਆਂ ਨੇ ਵੀ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਫਿਰ ਅੰਤ ਵਾਲੀ ਗੱਲ ਵੀ ਨਾਲ ਆ ਗਈ ਹੈ। ਤੇ ਗੁਰਬਾਣੀ ਵਿੱਚ ਆਦ ਮੱਧ ਵਾਲੇ ਹੋਰ ਵੀ ਬੜੇ ਸ਼ਬਦ ਆਉਂਦੇ ਨੇ। ਇਸ ਕਰਕੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਅਖੰਡ ਪਾਠ ਦੇ ਵਿੱਚ ਮੱਧ ਦੀ ਕੋਈ ਇਸ ਤਰ੍ਹਾਂ ਦਾ ਨਿਯਮ ਜਿਹੜਾ ਉਹ ਇਕੱਤਰ ਨਹੀਂ ਕੀਤਾ ਗਿਆ। ਤੇ ਦਾਸ ਤੇ ਸਮਝਦਾ ਵੀ ਚਲੋ ਪਹਿਲੇ ਦਿਨ ਦਾ ਆਰੰਭ ਦੇ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਹੈ, ਕੁਝ ਵਰਤਾਈ ਗਈ ਹੈ। ਅਗਲਾ ਦਿਨ ਹੋਇਆ, ਆਪਾਂ ਜੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਅਰਦਾਸ ਕਰਦੇ ਵੀ ਆ ਤੇ ਸਾਨੂੰ ਇਹ ਭਰਮ ਰੱਖਣ ਦੀ ਲੋੜ ਨਹੀਂ ਹੈ ਕਿ 705 ਅੰਗ ਤੇ ਮੱਧ ਨਹੀਂ ਤੇ ਲੰਘ ਗਿਆ। ਮੇਰਾ ਕਹਿਣ ਦਾ ਮਤਲਬ ਹੈ ਵੀ ਜੇ ਅਰਦਾਸ 700 ਤੇ ਵੀ ਹੋ ਜਾਏ ਜਾਂ 720 ਤੇ ਵੀ ਹੋ ਜਾਏ, ਕੋਈ ਮੁਸ਼ਕਲ ਨਹੀਂ ਹੈ, ਕਿਉਂਕਿ ਉਹਨਾਂ ਤੁਕਾਂ ਦਾ ਮੱਧ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੇ ਆਪ ਸਹਿਜ ਪਾਠ ਗੁਰਮੁਖ ਕਰਦੇ ਨੇ ਉਹਨਾਂ ਨੂੰ ਬਕਾਇਦਾ ਇਸ ਗੱਲ ਦਾ ਪਤਾ ਹੋਏਗਾ ਕਿ ਆਦ ਮੱਧ ਵਾਲੇ ਸ਼ਬਦ ਗੁਰਬਾਣੀ ਵਿੱਚ ਹੋਰ ਵੀ ਬੜੇ ਆਉਂਦੇ ਨੇ। ਸੋ ਖੈਰ, ਇੱਥੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਦਾਸ ਬੇਨਤੀ ਕਰ ਰਿਹਾ, ਕੋਈ ਮੇਰਾ ਆਪਣਾ ਗਿਆਨ ਨਹੀਂ ਹੈ। ਤੇ ਅਖੰਡ ਪਾਠ ਦੀ ਜਿਹੜੀ ਮਰਿਆਦਾ ਲਿਖੀ ਹੈ, ਔਰ ਹੋਰ ਵੀ ਬੇਨਤੀ ਕਰਾਂ, ਸਿੱਖ ਰਹਿਤ ਮਰਿਆਦਾ ਵਿੱਚ ਸਿਰਫ 2 ਤਰ੍ਹਾਂ ਦਾ ਪਾਠ ਦਾ ਜ਼ਿਕਰ ਕੀਤਾ ਹੈ। ਜਾਂ ਤੇ ਸਧਾਰਨ ਪਾਠ ਜਿਹਨੂੰ ਆਪਾਂ ਸਹਿਜ ਪਾਠ ਵੀ ਆਖ ਲੈਂਦੇ ਹਾਂ, ਤੇ ਜਾਂ ਅਖੰਡ ਪਾਠ। ਪਰ ਸਾਡੇ ਧਰਮ ਦੇ ਵਿੱਚ ਕਿੰਨੀਆਂ ਪਾਠਾਂ ਦੀਆਂ ਮਰਿਆਦਾ ਪ੍ਰਚਲਿਤ ਹੋ ਗਈਆਂ। ਇਹ ਸਪਤਾਹ ਪਾਠ ਹੈ, ਇਹ ਸੰਪਟ ਪਾਠ ਹੈ, ਤੇ ਹੋਰ ਪਤਾ ਨਹੀਂ ਕਿੰਨੇ ਕੁ ਪਾਠ ਪ੍ਰਚਲਿਤ ਹੋ ਗਏ। ਪਰ ਸਿੱਖ ਰਹਿਤ ਮਰਿਆਦਾ ਵਿੱਚ ਸਿਰਫ 2 ਤਰ੍ਹਾਂ ਦੇ ਪਾਠ ਨੇ। ਸਧਾਰਨ ਪਾਠ, ਸਹਿਜ ਪਾਠ, ਜਿਹੜਾ ਸਹਿਜ ਨਾਲ ਪ੍ਰੇਮ ਸਹਿਤ ਕੀਤਾ ਜਾਵੇ, ਤੇ ਉਸ ਤੋਂ ਦੂਸਰਾ ਜਿਹੜਾ ਉਹ ਅਖੰਡ ਪਾਠ ਸਾਹਿਬ। ਇਸ ਤੋਂ ਬਿਨਾ ਹੋਰ ਕਿਸੇ ਪਾਠ ਦਾ ਜ਼ਿਕਰ ਨਹੀਂ ਹੈ। ਪਰ ਸਾਡੇ ਵਿੱਚ ਇਹ ਚੀਜ਼ਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਅਨ ਮਤਾਂ ਦੀ ਰੀਸੇ। ਜਦੋਂ ਦੂਸਰੇ ਧਰਮਾਂ ਵਾਲੇ ਲੋਕ ਕਦੀ ਰਮਾਇਣ ਦਾ ਜਦੋਂ ਪਾਠ ਕਰਦੇ ਨੇ ਨਾ, ਅਖੰਡ ਪਾਠ ਕਰਦੇ ਨੇ ਹਿੰਦੂ ਵੀਰ, ਉਹ ਜਿੱਥੇ ਹੋਰ ਸਮੱਗਰੀ ਜਿਹੜੀ ਆਪਾਂ ਪਾਠ ਨਾਲ ਜੋੜ ਦਿੱਤੀ ਨਾ, ਸਾਡੇ ਕੁਝ ਧਾਰਮਿਕ ਅਖੌਤੀ ਆਗੂਆਂ ਨੇ, ਕੁਝ ਡੇਰੇਦਾਰਾਂ ਨੇ, ਇਹਦਾ ਅਖੰਡ ਪਾਠ ਦੀ ਮਰਿਆਦਾ ਨਾਲ ਕੋਈ ਸੰਬੰਧ ਨਹੀਂ ਹੈ। ਇਹ ਹਿੰਦੂ ਰੀਤੀ ਦਾ ਇੱਕ ਨਕਲ ਹੈਗੀ ਹੈ। ਉਹ ਜਦੋਂ ਰਮਾਇਣ ਦਾ ਪਾਠ ਕਰਦੇ ਨੇ, ਵਿੱਚ ਜੈ ਸੀਆ ਰਾਮ ਇਤਿਆਦਿਕ ਲਫ਼ਜ਼ ਵੀ ਉਹ ਪੜ੍ਹੀ ਜਾਂਦੇ ਨੇ, ਤੇ ਸਿੱਖਾਂ ਨੇ ਵੀ ਆਪਣੀ ਪਸੰਦ ਦੇ ਕੁਝ ਸ਼ਬਦ ਚੁਣ ਕੇ, ਤੇ ਉਹ ਜਿੱਥੇ ਸ਼ਬਦ ਪੂਰਾ ਹੁੰਦਾ ਉੱਥੇ ਉਸ ਸ਼ਬਦ ਨੂੰ ਲਾਉਣਾ, ਜਿਵੇਂ ਤਾਤੀ ਵਾਵ ਨਾ ਲੱਗੇ ਜਾਂ ਇਸ ਤਰ੍ਹਾਂ ਦਾ ਕੋਈ ਸ਼ਬਦ, ਉਹਨੂੰ ਬਣਾ ਲਿਆ ਵੀ ਇਹ ਸੰਪਟ ਪਾਠ ਹੈ ਤੇ ਸੰਪਟ ਲਾਉਣਾ ਹੈ। ਪਰ ਨਹੀਂ, ਇਹ ਬੜੀ ਧਿਆਨ ਦੇਣ ਯੋਗ ਬਾਤ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੁਰਬਾਣੀ ਦੀ ਨਿਜਤ ਕੀਤੀ ਤਰਤੀਬ, ਉਹਦੇ ਵਿੱਚ ਆਪਣੀ ਮੱਤ ਵਾੜਨ ਵਾਲੀ ਗੱਲ ਹੈ। ਨਹੀਂ ਤੇ ਗੁਰਬਾਣੀ ਦਾ ਪਾਠ ਜਿਵੇਂ ਗੁਰੂ ਸਾਹਿਬ ਨੇ ਤਰਤੀਬ ਬਣਾਈ ਹੈ ਉਵੇਂ ਹੀ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਪਾਠ ਦਾ ਵਿੱਚ ਕਿਸੇ ਸ਼ਬਦ ਦਾ ਸੰਪਟ ਲਾਇਆ ਜਾਵੇ। ਸੰਪਟ ਪਾਠ ਦੀ ਮਰਿਆਦਾ ਸਿੱਖ ਧਰਮ ਦੀ ਨਹੀਂ ਹੈ। ਇਹ ਸਿਰਫ ਇੰਨੀ ਗੱਲ ਹੈ ਕਿ ਜਿਹੜੇ ਸੰਪਟ ਪਾਠ ਸ਼ੁਰੂ ਕਰਨ ਵਾਲੇ ਲੋਕ ਨੇ, ਅਖੰਡ ਪਾਠ ਨਾਲੋਂ ਸਮਾਂ ਵੱਧ ਲੱਗਦਾ, ਇਸ ਕਰਕੇ ਭੇਟਾ ਵੱਧ ਗਈ, ਬੰਦਿਆਂ ਦੀ ਗਿਣਤੀ ਵੱਧ ਗਈ, ਤੇ ਲੋਕਾਂ ਨੂੰ ਇਹ ਸਮਝਾ ਦਿੱਤਾ ਕਿ ਇਸ ਪਾਠ ਦਾ ਮਹੱਤਵ ਜ਼ਿਆਦਾ ਹੈ। ਸੰਪਟ ਪਾਠ ਜਾਂ ਇਸ ਤਰ੍ਹਾਂ ਦੇ ਦੁੱਖ ਦੂਰ ਕਰਨ ਵਾਸਤੇ ਇਹ ਸ਼ਬਦ ਨਾਲ ਲਾ ਕੇ ਪੜ੍ਹਿਆ ਜਾਵੇ ਤੇ ਇਹਦੀ ਮਹਾਨਤਾ ਜ਼ਿਆਦਾ ਹੈ। ਸਿੱਖ ਨੇ ਗੁਰਬਾਣੀ ਪੜ੍ਹਨੀ ਹੈ ਆਪਣੀ ਜੀਵਨ ਗੁਰੂ ਦੇ ਕੋਲੋਂ ਜੀਵਨ ਸੇਧ ਲੈਣ ਵਾਸਤੇ, ਜੀਵਨ ਜਾਂਚ ਸਿੱਖਣ ਵਾਸਤੇ,
ना कि तंत्रा मंत्रा वांग गवांढी धर्मां दी रीसे असीं वो गिणतियां मिणतियां दे चक्कर विच पैना है। इस करके दो तरह के पाठां तो बिना सिख धर्म दे विच होर किसी तरह के ना सप्ताह पाठ दी ना संपट पाठ दी कोई मर्यादा है। और मैं बेनती करा कि जेड़े साडे सिख सुन लैणगे गुरमत रहत मर्यादा नूं, पर जदों इंडिया जाते ने 31 हज़ार दे के जदों संपट पाठ कराउंदे ने, वो पता नहीं किहड़ी गुरमत की पालना कर रहे हुंदे आ। दास ते बेनती करदा भी जिन्ना चिर नहीं पता गल वखरी है करवा लिया, पर जदों विचार सुन लई है सिख रहत मर्यादा के बचनां नूं आपां समझ लिया, इस तो बाद विच भुल नहीं होनी चाहिए। ते असी ये कह देने भी वो बहुत वड्डे फलाने महापुरुख की मर्यादा है। माफ करियो, मर्यादा गुरु की हुंदी है, मर्यादा गुरु की बाणी की हुंदी है। सिद्धांत मुताबक किसी मर्यादा नूं प्रवान किया जा सकता है, किसी बंदे की बनाई मर्यादा पंथ ते नहीं थोपी जा सकती कल्ले कारे बंदे की। और ये भी बेनती करा जेड़े लोग इस तरह के पाठां की वकालत करते हैं ना, जिन्नियां इस तरह दियां संस्थावां ने किसी की मर्यादा किसी नाल नहीं मिलती, ते दावा हर बंदे दा है कि साडी जिहड़ी मर्यादा है ना साडे महापुरखां दी, ये गुरु नानक की मर्यादा है। कईयां दा दावा है कि जिहड़ी साडी संस्था च मर्यादा चलदी है वो गुरु गोबिंद सिंह साहब तो चली मर्यादा है, ते कोई इस तरह के होर पक्ष लै करके वो अपनी उस डेरे की संस्था की महानता नूं लोकां नूं भरमाउण वास्ते वो वरतदे ने। पर यह गल सानूं समझ लैनी चाहिए है कि जे गुरु नानक की मर्यादा ये है तो फिर सारे डेरियां की सारियां संस्थावां की इहो ही होनी चाहिए, दूसरे क्यों नहीं मानते। इसे वख-वख मर्यादा नूं मिटाउण वास्ते सिख रहत मर्यादा तैयार की सी विद्वानां ने, गुरबाणी की कसवटी ते चीज़ां परख के। पर साडी बदकिस्मती है कि जदों तो होंद विच आई है कुछ स्वार्थी लोग जिहड़े अपनी मर्यादा वधा के लोकां दे कोलों अपनी प्रभुता अपना मान सन्मान आम बंदे नालों ज़्यादा लेना चाहते ने, पैसे धन ज़्यादा प्राप्त करना चाहते ने। उन्होंने अज तक नहीं मन्निया, ये साडे पंथ का दुखांत है। नहीं तो जे मर्यादा ते जिस दिन असी एक हो गए साडा पंथ इकट्ठा हो सकता है और सिख चढ़दी कला विच हो सकता है। खैर गुरु पातशाह मेहर करे, सानू सतगुरु मत बख्शे कि होए एकत्र मिलो मेरे भाई, दुबदा दूर करो लिव लाए, हर नामै कै होवो जोड़ी, गुरमुख बैसो सभा विछाए दी साडे ते गुरु मेहर कर दवे। अगला नंबर ऐड़ा भाव 2 नंबर, अखंड पाठ जिस परिवार जां संगत ने करना है वो आप करे। ऊपर आपां विचार कर आए हैं कि हरेक सिख सिखणी बच्चा बच्ची गुरमुखी अखर पढ़ के गुरु ग्रंथ साहिब का पाठ करना सीखे। ते कुदरती गल है कि जदों सारे जी घर विच पाठ करन वाले होण, होर रिश्तेदार भी पाठ करन वाले होण, ते मिल के आप पाठ किया जा सकता है। सिख रहत मर्यादा विच जिक्र है, अखंड पाठ जिस परिवार जां संगत ने करना है वो आप करे। टब्बर दे किसे आदमी साक संबंधी मित्र आद मिल के करन, भाव सारे मिल के गुरबाणी का पाठ करन, ते पाठियां की गिनती मुकरर नहीं। अखंड पाठ दे विच कई बारी सानू ऐसे भरमां विच भी पाया जाता है कि गिनती दे 5 पाठी पूरे होण। जदों पाठ आरंभ कीता साडी एडी महान मर्यादा कि साडे आरंभ ते 5 बंदे पूरे पाठी जिहड़े वो तैयार सी। 5 तो ज़्यादा भी होण ते बड़ी चंगी गल है, चलो घट तो घट 5 सिंह होण बड़ी एक अच्छी बात हो सकती है। ते इस तो ज़्यादा भी
ਭਾਵ ਕਿ ਅਖੰਡ ਪਾਠ ਵਿੱਚ ਵੀ ਪਾਠੀਆਂ ਦੀ ਗਿਣਤੀ ਮੁਕਰਰ ਨਹੀਂ ਹੈ। ਪਾਠੀ 10 ਵੀ ਹੋ ਸਕਦੇ ਨੇ, 15 ਵੀ ਹੋ ਸਕਦੇ ਨੇ, ਇਹਦੇ ਵਿੱਚ ਕੋਈ ਭਿੰਨ ਭੇਦ ਵਾਲੀ ਗੱਲ ਨਹੀਂ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਜਿਹੜੇ ਪਰਿਵਾਰ ਨੇ ਅਖੰਡ ਪਾਠ ਰਖਾਇਆ ਹੁੰਦਾ ਹੈ ਨਾ, ਸਾਡੀ ਰਹਿਤ ਮਰਿਆਦਾ ਤੇ ਇਹ ਬੋਲਦੀ ਹੈ, ਇਹ ਵਿਚਾਰ ਦਿੰਦੀ ਹੈ ਕਿ ਸਕੇ ਸੰਬੰਧੀ ਮਿੱਤਰ ਸਾਰੇ ਮਿਲ ਕੇ ਪਾਠ ਕਰਨ। ਪਰ ਜਿਨ੍ਹਾਂ ਘਰ ਵਿੱਚ ਅਖੰਡ ਪਾਠ ਰਖਾਇਆ ਹੁੰਦਾ ਹੈ ਨਾ, ਪਾਠੀ ਸਿੰਘ ਪਾਠ ਕਰ ਰਿਹਾ ਤੇ ਆਉਣ ਵਾਲੇ ਸਕੇ ਸੰਬੰਧੀਆਂ ਦੀ ਚਾਹ ਪਾਣੀ ਦੀ ਸੇਵਾ ਵਿੱਚ ਘਰ ਵਾਲਿਆਂ ਦਾ ਵੀ ਸਾਰਾ ਸਮਾਂ ਲੰਘ ਜਾਂਦਾ ਹੈ। ਉਹ ਨਾ ਤੇ ਸਕੇ ਸੰਬੰਧੀ ਪਾਠ ਸੁਣਦੇ ਨੇ, ਨਾ ਘਰ ਵਾਲਿਆਂ ਨੂੰ ਸੁਣਨ ਦਾ ਟਾਈਮ ਮਿਲਦਾ ਹੈ, ਕਿਉਂਕਿ ਕੁਦਰਤੀ ਗੱਲ ਹੈ ਵੀ ਜਿਹੜੇ ਆਏ ਨੇ ਜੇ ਚਾਹ ਪਾਣੀ ਨਾ ਪੁੱਛਿਆ ਤਾਂ ਉਹਨਾਂ ਕਹਿਣਾ ਵੀ ਅਸੀਂ ਤੁਹਾਡੇ ਘਰ ਵਿੱਚ ਆਏ, ਤੁਸੀਂ ਚੰਗੇ ਬੰਦੇ ਹੋ, ਵੀ ਚਾਹ ਪਾਣੀ ਵੀ ਨਹੀਂ ਪੁੱਛਿਆ। ਉਹ ਅਖੰਡ ਪਾਠ ਸਾਹਿਬ ਕਰਾਉਣ ਵਾਲੇ ਦਾ ਸਾਰਾ ਸਮਾਂ ਨਾਸ਼ਤੇ ਤੇ ਚਾਹ ਪਾਣੀ ਬਣਾਉਣ ਵਿੱਚ ਹੀ ਲੱਗ ਜਾਂਦਾ ਹੈ। ਤੇ ਜੇ ਕਿਤੇ ਸਾਰੇ ਭੈਣ ਭਰਾ ਸਕੇ ਸੰਬੰਧੀ ਆਪ ਪਾਠ ਕਰਨ ਵਾਲੇ ਹੋਣ ਤੇ ਉਹ ਸਗੋਂ ਆਣ ਕੇ ਕਹਿਣ ਵੀ ਘੰਟਾ ਮੈਂ ਵੀ ਪਾਠ ਦੀ ਸੇਵਾ ਕਰਦਾ, ਤੇ ਕੁਦਰਤੀ ਗੱਲ ਹੈ ਕਿ ਉਹਦੇ ਨਾਲ ਇੱਕ ਅਲੱਗ ਪ੍ਰਭਾਵ ਬਣੇਗਾ, ਇੱਕ ਆਪਸ ਵਿੱਚ ਪਿਆਰ ਵਧੇਗਾ, ਗੁਰੂ ਕੀ ਬਾਣੀ ਦਾ ਪਿਆਰ ਪੈਦਾ ਹੋਵੇਗਾ। ਇਸ ਕਰਕੇ ਸਿੱਖ ਨੂੰ ਅਖੰਡ ਪਾਠ ਜਦੋਂ ਆਰੰਭ ਕਰਾਇਆ ਜਾਂਦਾ ਹੈ, ਜਾਂ ਆਪ ਕਰਨਾ ਚਾਹੀਦਾ ਜਾਂ ਸਮਾਂ ਕੱਢ ਕੇ ਪਾਠ ਸੁਣਨਾ ਚਾਹੀਦਾ, ਔਰ ਸਕੇ ਸੰਬੰਧੀਆਂ ਨੂੰ ਇਹਦੇ ਵਿੱਚ ਸਹਾਈ ਹੋਣਾ ਚਾਹੀਦਾ ਹੈ ਕਿ ਚਾਹ ਪਾਣੀ ਤੇ ਆਪਾਂ ਵੱਖ-ਵੱਖ ਪ੍ਰੋਗਰਾਮਾਂ ਤੇ ਛਕਦੇ ਹੀ ਆ ਜਾਂ ਭੋਗ ਤੇ ਛਕਣਾ ਹੀ ਹੁੰਦਾ ਹੈ, ਤੇ ਕੁਝ ਸਮਾਂ ਆਪਾਂ ਗੁਰਬਾਣੀ ਪੜ੍ਹੀਏ, ਗੁਰਬਾਣੀ ਸਰਵਣ ਕਰੀਏ, ਫਿਰ ਚਾਹ ਪਾਣੀ ਛਕ ਲਵਾਂਗੇ। ਸੋ ਗੁਰੂ ਪਾਤਸ਼ਾਹ ਮਿਹਰ ਕਰੇ ਕਿ ਪਾਠੀਆਂ ਦੀ ਗਿਣਤੀ ਕੋਈ ਮੁਕਰਰ ਨਹੀਂ ਹੈ, ਸਾਰੇ ਮਿਲ ਕੇ ਪਾਠ ਕਰਨ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਭਾਵ ਕਿ ਕੋਈ ਸਰੀਰਕ ਤੌਰ ਤੇ ਠੀਕ ਨਹੀਂ ਹੈ ਜਾਂ ਉਹ ਪਾਠ ਉਹ ਸਿੱਖਿਆ ਨਹੀਂ ਹੈ, ਵੈਸੇ ਤਾਂ ਸਿੱਖ ਹਰੇਕ ਨੂੰ ਪਾਠ ਕਰਨਾ ਸਿੱਖਣਾ ਚਾਹੀਦਾ ਹੈ। ਜੇ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਇਸ ਗੱਲ ਦਾ ਬੜਾ ਜ਼ਰੂਰੀ ਖਿਆਲ ਕਰਨ ਵਾਲੀ ਬਾਤ ਹੈ ਕਿ ਜੇ ਆਪ ਪਾਠ ਨਹੀਂ ਕਰ ਸਕਦੇ, ਕਿਸੇ ਚੰਗੇ ਪਾਠੀ ਕੋਲੋਂ ਪਾਠ ਸੁਣਿਆ ਜਾ ਸਕਦਾ ਹੈ, ਪਰ ਜੇ ਪਾਠੀ ਇਕੱਲਾ ਪਾਠ ਆਪ ਬਹਿ ਕੇ ਕਰਦਾ ਹੋਵੇ ਤੇ ਸਾਡੇ ਮਨ ਵਿੱਚ ਇਹ ਖਿਆਲ ਹੋਵੇ ਵੀ ਆਪਾਂ ਭੇਟਾ ਦੇ ਹੀ ਦੇਣੀ ਹੈ, ਹੁਣ ਇਹਨਾਂ ਦਾ ਕੰਮ ਹੈ ਆਪੇ ਕਰਨਗੇ, ਤੇ ਉਹਨਾਂ ਜਿਨ੍ਹਾਂ ਨੇ ਲੈਣੀ ਉਹਨਾਂ ਆਪਣਾ ਕਰੀ ਜਾਣਾ ਹੈ। ਪਰ ਜਿਸ ਮੰਤਵ ਲਈ ਪਾਠ ਰੱਖਿਆ ਗਿਆ ਉਹ ਮੰਤਵ ਨਹੀਂ ਪੂਰਾ ਹੋਏਗਾ। ਇਸ ਕਰਕੇ ਜ਼ਰੂਰੀ ਹੈ ਕਿ ਕੋਈ ਨਾ ਕੋਈ ਜੀ ਬਹਿ ਕੇ ਸਮਾਂ ਕੱਢ ਕੇ ਗੁਰਬਾਣੀ ਦਾ ਪਾਠ ਸੁਣੇ ਜ਼ਰੂਰ। ਪਾਠੀ ਦੀ ਜਥਾ ਸ਼ਕਤ ਭੋਜਨ ਬਸਤਰ ਆਦ ਨਾਲ ਯੋਗ ਸੇਵਾ ਕੀਤੀ ਜਾਵੇ। ਜਿਹੜਾ ਪਾਠੀ ਸਿੰਘ ਕੋਈ ਗ੍ਰਸਤੀ ਸਿੰਘ ਪਰਿਵਾਰ ਵਾਲਾ ਹੈ, ਉਹਨੇ ਉਚੇਚਾ ਸਮਾਂ ਕੱਢਿਆ ਪਾਠ ਸੁਣਾਉਣ ਵਾਸਤੇ, ਕੁਦਰਤੀ ਗੱਲ ਹੈ ਕਿ ਰਹਿਤ ਮਰਿਆਦਾ ਵਿੱਚ ਦਰਜ ਕੀਤਾ ਗਿਆ ਕਿ ਜਥਾ ਸ਼ਕਤ ਭੋਜਨ ਬਸਤਰ ਆਦ ਨਾਲ ਯੋਗ ਸੇਵਾ ਕੀਤੀ ਜਾਵੇ। ਭਾਵ ਜਿਹਨੇ ਪਾਠ ਸੁਣਾਇਆ ਆਪਣਾ ਸਮਾਂ ਤੁਹਾਨੂੰ ਦਿੱਤਾ, ਸਾਂਸੀ ਕੋਝਰਾ ਉਹਦੇ ਸੇਵਾ ਕਰਕੇ ਆਪਣਾ ਮਾਇਆ ਦਾ ਦਸਵੰਧ ਭੇਟ ਕਰ ਸਕਦੇ ਆ, ਉਹਦੀ ਸੇਵਾ ਕਰਕੇ ਆਪਾਂ ਨੂੰ ਇਹ ਫਰਜ਼ ਨਿਭਾਉਣਾ ਚਾਹੀਦਾ ਹੈ। ਸਿੱਖ ਰਹਿਤ ਮਰਿਆਦਾ ਔਰ ਇਹ ਫਰਜ਼ ਆਪਾਂ ਬੜੀ ਬਾਖੂਬੀ ਨਿਭਾਉਂਦੇ ਆ। ਦਸ ਬੇਨਤੀ ਕਰੇ ਕਿ ਜਿਹੜਾ ਪਾਠ ਕਰਨ ਵਾਲੇ ਦੀ ਸੇਵਾ ਦੀ ਗੱਲ ਹੈ ਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸਾਰੇ ਬੜਾ ਬਾਖੂਬੀ ਇਹ ਫਰਜ਼ ਨਿਭਾਉਂਦੇ ਨੇ। ਪਰ ਜਿਹੜਾ ਫਰਜ਼ ਨਿਭਾਉਣਾ ਇਹ ਤੁਸੀਂ ਆਪਣੇ ਵਾਸਤੇ ਗੁਰਬਾਣੀ ਪਾਠ ਸਰਵਣ ਕਰਨਾ, ਇਹ ਵੀ ਜ਼ਰੂਰ ਨਿਭਾਇਆ ਕਰੋ। ਅਗਲਾ ਨੰਬਰ 3 ਈੜੀ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ ਜੋਤ ਨਲੀਏਰ ਆਦ ਰੱਖਣਾ ਜਾਂ ਨਾਲ ਜਾਂ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨ ਮਤ ਹੈ। ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ, ਭਾਵ ਸਧਾਰਨ ਪਾਠ ਜਿਹੜਾ ਸਹਿਜ ਪਾਠ ਹੈ ਜਾਂ ਅਖੰਡ ਪਾਠ ਹੈ ਨਾ, ਉਹਦੇ ਆਰੰਭ ਦੇ ਵੇਲੇ
ਇਹ ਜਿਹੜੀਆਂ ਵਸਤਾਂ ਨੇ ਨਾ, ਕੁੰਭ, ਜੋਤ ਤੇ ਨਲੀਏਰ, ਇਹਨਾਂ ਚੀਜ਼ਾਂ ਨੂੰ ਰੱਖਣਾ ਮਨਮਤ ਆਖਿਆ ਗਿਆ। ਪਰ ਸਾਡੇ ਤੇ ਮਰਿਆਦਾ ਹੀ ਇਹ ਸਾਨੂੰ ਸਿਖਾਈ ਗਈ ਕਿ ਪਾਠ ਦੀ ਸਮੱਗਰੀ ਲਿਖਾਓ ਤੇ ਉੱਥੇ ਗੱਲ ਹੀ ਪਹਿਲਾਂ ਨਾਰੀਅਲ ਤੋਂ ਸ਼ੁਰੂ ਹੋਣੀ ਹੈ, ਜੋਤ ਦੇ ਘਿਓ ਤੋਂ ਸ਼ੁਰੂ ਹੋਣੀ ਹੈ, ਜਾਂ ਇਸ ਤਰ੍ਹਾਂ ਦੇ ਹੋਰ ਕੁੰਭ ਤੋਂ ਸ਼ੁਰੂ ਹੋਣੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਸਪਸ਼ਟ ਕੀਤਾ ਹੈ। ਔਰ ਅਰਦਾਸ ਜਿੱਥੇ ਵੀ ਅਖੰਡ ਪਾਠ ਸਾਹਿਬ ਆਰੰਭ ਕਰਦਾ ਹੈ, ਤੁਸੀਂ ਜਾਣਦੇ ਹੋ, ਕਈਆਂ ਨੇ ਪਾਠ ਕਰਵਾਏ ਨੇ, ਕਿ ਪਹਿਲਾਂ ਹੀ ਬੇਨਤੀ ਕਰ ਦਈਦੀ ਹੈ ਕਿ ਇਹ ਮਰਿਆਦਾ ਵਿੱਚ ਨਹੀਂ ਹੈ। ਅਸੀਂ ਜੋਤ ਜਗਾਉਣੀ, ਨਲੀਏਰ ਰੱਖਣਾ, ਇਸ ਤਰ੍ਹਾਂ ਦਾ ਕੋਈ ਕਰਮ ਨਹੀਂ ਕਰਨਾ। ਔਰ ਅਰਦਾਸ ਧੰਨਵਾਦ ਵੀ ਕਰਦਾ ਹੈ ਪਰਿਵਾਰਾਂ ਦਾ, ਸੰਗਤ ਦਾ, ਕਿ ਜਿਹਨੂੰ ਪ੍ਰੇਮ ਸਹਿਤ ਮਰਿਆਦਾ ਦੀ ਗੱਲ ਸਮਝਾਈ ਜਾਂਦੀ ਹੈ ਨਾ, ਤੇ ਤੁਸੀਂ ਪ੍ਰਵਾਨ ਵੀ ਕਰਦੇ ਹੋ। ਇਹ ਇੱਕ ਚੰਗੀ ਗੱਲ ਹੈ, ਕਿਉਂਕਿ ਮਰਿਆਦਾ ਜਿਹੜੀ ਇਹ ਪੰਥ ਨੇ ਬਣਾਈ ਹੈ, ਦਾਸ ਦੀ ਕੋਈ ਆਪਣੀ ਨਿੱਜੀ ਨਹੀਂ ਹੈ। ਜਿਨ੍ਹਾਂ ਨੇ ਨਿੱਜੀ ਬਣਾਈ ਹੈ ਉਹਨਾਂ ਨੇ ਆਪਣੇ ਆਪਣੇ ਢੰਗ ਦੀਆਂ ਲੰਬੀਆਂ ਮਰਿਆਦਾ ਬਣਾਈਆਂ ਨੇ। ਪਰ ਬੇਨਤੀ ਕਰਾਂ, ਜਦੋਂ ਰਮਾਇਣ ਦਾ ਪਾਠ ਹਿੰਦੂ ਵੀਰ ਕਰਦੇ ਨੇ ਨਾ, ਉਹ ਨਾਲ ਕੁੰਭ ਰੱਖਦੇ ਨੇ, ਉਹ ਨਾਲ ਜੋਤਾਂ ਜਗਾਉਂਦੇ ਨੇ, ਉਹ ਨਾਲ ਨਲੀਏਰ ਰੱਖਦੇ ਨੇ, ਲਾਲ ਕੱਪੜਾ ਰੱਖਦੇ ਨੇ। ਪਤਾ ਕਿਉਂ ਰੱਖਦੇ ਨੇ? ਰਮਾਇਣ ਦਾ ਪਾਠ ਕਰਦਿਆਂ ਜਦੋਂ ਜੋਤ ਜਗਾਉਣੀ ਹੈ ਤੇ ਉਹਦਾ ਭਾਵ ਹੈ ਵੀ ਅਗਨੀ ਦੇਵਤੇ ਨੂੰ ਵੀ ਨਾਲ ਸ਼ਾਮਲ ਕੀਤਾ ਗਿਆ। ਅਗਨੀ ਦੇਵਤੇ ਦੀ ਪੂਜਾ ਹੈ, ਅੱਗ ਦੇ ਵਿੱਚ ਘਿਓ ਨੂੰ ਬਚਾਉਣਾ। ਕੁੰਭ ਰੱਖਣਾ, ਜਿਹੜਾ ਘੜਾ ਪਾਣੀ ਰੱਖਣਾ ਹੈ, ਇਹ ਵਰਣ ਦੇਵਤੇ ਦੀ ਪੂਜਾ ਹੈ। ਜਿਹੜਾ ਨਲੀਏਰ ਰੱਖਣਾ ਹੈ, ਇਹ ਹਿੰਦੂ ਰੀਤੀ ਹੈ। ਉਹ ਕੁਰਬਾਨੀ, ਬਲੀ ਦੇਣ ਦੀ ਜਿਹੜੀ ਉਹਨਾਂ ਦੀ ਵਿਚਾਰ ਸੀ, ਉਹਨਾਂ ਨੇ ਉਹਨੂੰ ਥੋੜਾ ਜਿਹਾ ਬਦਲਿਆ ਵੀ ਪਹਿਲਾਂ ਬੱਚਿਆਂ ਦੀਆਂ, ਬੰਦਿਆਂ ਦੀਆਂ ਬਲੀਆਂ ਦਿੰਦੇ ਸਨ। ਐਸੇ ਕਰਮਾਂ ਦੇ ਨਾਲ ਬੜੀ ਮੁਸ਼ਕਲ ਪੈਦਾ ਹੋ ਗਈ। ਉਹਨਾਂ ਨੇ ਗੱਲ ਘਟਾ ਕੇ ਇੱਥੇ ਲੈਣ ਦੀ ਵੀ ਅਖੰਡ ਪਾਠ, ਜੋ ਵੀ ਉਹਨਾਂ ਆਪਣਾ ਰਮਾਇਣ ਦਾ ਪਾਠ ਰੱਖਦੇ ਨੇ, ਉਹ ਨਾਲੀਏਰ ਰੱਖ ਲੈਂਦੇ ਨੇ। ਔਰ ਹਨੂਮਾਨ ਜੀ ਨੂੰ ਸ਼ਾਮਲ ਕਰਨ ਵਾਸਤੇ ਲਾਲ ਕੱਪੜਾ ਉਹਦੀ ਲੰਗੋਟੀ ਦਾ ਸੂਚਕ ਹੈ। ਉਹ ਸਾਰੇ ਦੇਵਤੇ ਮਨਾ ਲੈਂਦੇ ਨੇ ਜਦੋਂ ਰਮਾਇਣ ਦਾ ਪਾਠ ਕਰਦੇ ਨੇ। ਮੈਂ ਫਿਰ ਦੁਹਰਾ ਦਿਆਂ, ਕੁੰਭ ਰੱਖਣਾ, ਪਾਣੀ ਕੋਲ ਰੱਖਣਾ, ਇਹ ਵਰਣ ਦੇਵਤੇ ਦੀ ਪੂਜਾ ਹੈ। ਤੇ ਜਿਹੜਾ ਨਲੀਏਰ ਰੱਖਣਾ ਹੈ, ਇਹ ਕੁਰਬਾਨੀ, ਬਲੀ ਦੀ ਗੱਲ ਤੋਂ ਹਿੰਦੂ ਰੀਤੀ ਮੁਤਾਬਕ ਚੱਲਿਆ ਹੋਇਆ ਕਰਮ ਹੈ। ਤੇ ਇਸ ਢੰਗ ਦੇ ਨਾਲ ਹੀ ਜੋਤ ਜਗਾਉਣੀ ਅਗਨੀ ਦੇਵਤੇ ਦੀ ਪੂਜਾ ਹੈ। ਤੇ ਲਾਲ ਕੱਪੜਾ ਜਿਹੜਾ ਹਨੂਮਾਨ ਦੀ ਲੰਗੋਟੀ ਦੀ ਨਿਸ਼ਾਨੀ ਹੈ, ਇਹ ਸਾਰੇ ਉਹ ਦੇਵਤੇ ਸ਼ਾਮਲ ਕਰ ਲੈਂਦੇ ਨੇ ਜਦੋਂ ਰਮਾਇਣ ਦਾ ਪਾਠ ਕਰਦੇ ਨੇ। ਪਰ ਸਾਡੇ ਸਿੱਖਾਂ ਨੇ ਸਾਰਾ ਕੁਝ ਗਵਾਂਢੀਆਂ ਕੋਲ ਉਧਾਰਾ ਲੈ ਲਿਆ ਤੇ ਅਸੀਂ ਵੀ ਪੜ੍ਹ ਇਹ ਰਹੇ ਹੁੰਦੇ ਆ ਕਿ ਇੱਕ ਓੰਕਾਰ, ਗੱਲ ਇੱਕ ਤੋਂ ਸ਼ੁਰੂ ਕਰ ਰਹੇ ਹੁੰਦੇ ਆ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਪੂਜਾ ਇੱਕ ਦੀ ਗੱਲ ਸ਼ੁਰੂ ਹੋਣ ਲੱਗੀ ਹੈ, ਪਰ ਦੇਵਤੇ 5-7 ਨਾਲ ਬਿਠਾ ਲਏ। ਤੇ ਕਈ ਕਹਿਣਗੇ ਮਰਿਆਦਾ ਫਲਾਣੇ ਬਹੁਤ ਵੱਡੇ ਮਹਾਂਪੁਰਖਾਂ ਦੀ ਹੈ, ਬਹੁਤ ਵੱਡੇ 108 ਤੇ ਪਤਾ ਨਹੀਂ ਕਿੰਨੇ ਕੁ ਉਹਨਾਂ ਦੀ ਹੈ। ਮੈਂ ਬੇਨਤੀ ਕਰਾਂ, ਹਿੰਦੂ ਧਰਮ ਦੀ ਮਰਿਆਦਾ ਹੈ, ਸਿੱਖਾਂ ਦੀ ਨਹੀਂ। ਸਾਨੂੰ ਜਦੋਂ ਜਾਗੇ ਉਦੋਂ ਸਵੇਰਾ ਵਾਲੀ ਗੱਲ ਹੋਣੀ ਚਾਹੀਦੀ ਹੈ। ਇਹ ਕਰਮ ਜਿਹੜੇ ਨੇ ਬਕਾਇਦਾ, ਮੈਂ ਦੁਬਾਰਾ ਪੜ੍ਹ ਕੇ ਸੁਣਾ ਦਿਆਂ, ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦ ਰੱਖਣਾ, ਜਾਂ ਨਾਲ ਜਾਂ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤ ਹੈ। ਇੱਕ ਗੱਲ ਹੋਰ, ਜਦੋਂ ਅਖੰਡ ਪਾਠ ਰੱਖਿਆ ਜਾਂਦਾ ਹੈ ਨਾ, ਤੇ ਕਈ ਸਥਾਨਾਂ ਦੀ, ਸੰਸਥਾਵਾਂ ਦੀ ਆਪਣੀ ਉਹਨਾਂ ਦੀ ਨਿੱਜੀ ਦੀ ਮਰਿਆਦਾ ਹੈ ਕਿ ਨਾਲ ਜਪਜੀ ਸਾਹਿਬ ਦਾ ਪਾਠ ਵੀ ਆਰੰਭ ਕਰਦੇ ਨੇ। ਤੇ ਆਪਾਂ, ਤੁਸੀਂ ਪੰਜਾਬ ਤੋਂ ਜਿਹੜੇ ਆਪਣਾ ਸਮਾਂ ਕਾਫੀ ਜ਼ਿੰਦਗੀ ਦਾ ਗੁਜ਼ਾਰ ਕੇ ਆਏ, ਤੁਹਾਨੂੰ ਧਿਆਨ ਹੋਏਗਾ ਕਿ ਅਖੰਡ ਪਾਠ ਜਦੋਂ ਰੱਖਿਆ ਜਾਂਦਾ ਸੀ, ਨਾਲ ਜਪਜੀ ਸਾਹਿਬ ਪੋਥੀ ਦਾ ਪਾਠ ਕਹਿੰਦੇ ਸੀ। ਜਦੋਂ ਨਹੀਂ ਪਤਾ ਸੀ, ਬੇਨਤੀ ਕਰਾਂ, ਅਸੀਂ ਵੀ ਕਰਦੇ ਰਹੇ। ਜਪਜੀ ਸਾਹਿਬ ਦਾ ਪਾਠ ਨਾਲ ਚਲਾਇਆ ਜਾਂਦਾ ਸੀ। ਇੱਥੇ ਬਕਾਇਦਾ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਜਿਹੜਾ ਉਹ ਮਨਮਤ ਹੈ। ਭਾਵ ਸਿਰਫ ਕਿਉਂਕਿ ਕਦੀ ਐਸਾ ਹੋਇਆ
कि एक बंदा गुरु ग्रंथ साहिब चो पाठ कर रहा होवे, एक जपजी साहिब का पाठ कर रहा होवे, सुनन वाला किहदा पाठ सुनेगा? गुरबाणी की नरादरी वाली बात होएगी। जपजी साहिब जदों पाठ आरंभ होया उदों पढ़िया जाता है। और ये भी बेनती करदे हां कि जदों अखंड पाठ साहिब का भोग पैंदा अगे जाके जिक्र आउणा है, उदों भी कुछ बाणियां का पाठ नाल जोड़ दिता गया। गुरु ग्रंथ साहिब दे विच जिन्नी बाणी लिखी जदों पूरी पढ़ी गई तो भोग पै गया। फिर नाल होर बाणी का जिक्र कोई मायने नहीं रखता। जदों भोग का विषय आवेगा मैं उदों सारी इस विचार नूं स्पष्ट करांगा। और ये बेनती है, कई ते संस्थावां ने ऐसे गुटके छाप दिते ने, बकायदा उत्ते लिखिया होया कि फलानी मर्यादा के मुताबिक। उन्हां सुखमनी साहिब का भी महात्म पाठ चों अलग की गल कढ़ लिया। जदों श्लोक शुरू होना है उदों भी कोई ना कोई तुक नाल बहुता करके जिहड़ी रहाओ दी तुक है ना सुखमनी साहिब दी, सुखमनी सुख अमृत प्रभ नाम, भगत जना के मन विश्राम, ਇਹਦਾ संपट जिहड़ा श्लोक दे नाल भी ला लिया, अष्टपदी शुरू होने ते भी ला लिया। ते ਇਹਦੇ 24 अष्टपदियां श्लोक ने। गुरु साहब ने ते रहाओ दी तुक नूं एक बारी लिखिया, पर असीं 24 ਜਾਂ 48 वार पढ़न की मर्यादा नूं वड्डा मन लिया। पर साडे सिख जगत ने कहा भी ये बहुत वड्डी मर्यादा है भी जिहड़े सिख आम सुखमनी साहिब पढ़दे, असीं आम विच थोड़ी आउणे, इतिहास विच आउणे आ। असीं तो नाल सुखमनी सुख अमृत प्रभ नाम वाली तुक नूं कई बारी पढ़ते हैं। तो दास बेनती करदा भी गुरु अर्जन देव महाराज ने जिन्नी क लोड़ सी ना उन्हां लिख दिता है। सानू किसी नूं कोई हक नहीं गुरबाणी दे विच अपनी मर्जी नाल कुछ वाड़िया जावे। गौड़ी बावन अखरी का पाठ करो, जिहड़े पाठ करते हैं तुहानूं बकायदा ख्याल होएगा। उत्थे एक श्लोक जिहड़ा वो आरंभ विच भी आउंदा है ते अखीर विच भी आउंदा है। श्लोक आउंदा है गुरदेव माता गुरदेव पिता गुरदेव स्वामी परमेश्वरा। बावन अखरी जदों शुरू होंदी है ना गौड़ी राग दे अंदर, ये श्लोक शुरुआती पहला श्लोक है। अखीर ते जाके भी गुरु साहब ने इस श्लोक नूं बिल्कुल हू बहू लिखिया है। पर संपादना कला तो सतगुरां दी तो बलहार जाइए गुरु अर्जन साहब तो, जदों उन्होंने दोहरे श्लोक लिखिया ना थले बकायदा लिख दिता यह श्लोक आद अंत पढ़ना। सूचना मिल गई भी ये श्लोक शुरू तो आद भाव मुढ़ तो बाणी तो पढ़िया ना, आद ते अंत पढ़ना। ये ना सिख समझे भी दो बारी लिखिया भी अगे पढ़िया गया। गुरु ग्रंथ साहिब की बाणी में लिखिया होया बकायदा 262 अंक ते जिथे सुखमनी साहब शुरू होंदा है उस तो पहला तुसी बकायदा वेख सकते हो। सच्चाई है गुरबाणी की, पर असी अपने ढंग दे नाल बड़ा कुछ विच फसा के बैठ गए। जिहड़ी मर्यादा नहीं है, जिहड़ी चीज़ नूं दो बारी पढ़ना है गुरु साहब ने बकायदा लिख दिता है, इहदे विच कोई दुविधा नहीं। वो श्लोक सतगुरां ने बकायदा आपां कई पाठ वांगू नाल भी पढ़ जाते हैं। एक संपादकी सूचना है कि यह श्लोक आद अंत पढ़ना। ते इस तो बिना अपनी मर्जी नाल कोई विच शब्दां दा बाणियां दा पाठ जिहड़ा वो करना जिहड़ा ये गुरमत नहीं है। भावें सिख पंथ दे अंदर किन्ने भी उगे मन्ने जाते हुए लोकां दी नज़र विच व्यक्ति जिहड़ा है ओदी मर्यादा होवे। दास और हरेक सुचेत सिख जिहड़ा वो इस तरह दीयां मर्यादा नाल कदी सहमत नहीं होवेगा। मर्यादा गुरु दी, गुरु की बाणी दी, गुरु के सिद्धांत मुताबिक, ना कि विपरां दी मर्यादा ब्राह्मणवाद दी मर्यादा नाल साडा संबंध नहीं है। साडा संबंध गुरु के सिद्धांत नाल है। और सिख नूं इन्हां गल्लां दी बहुत विचार करके अपने जीवन विच अपना लेना चाहिए। बहुती बारी साडा ये गल हुंदी है कि जे ते गल समझा दित्ती ग्रंथी सिंह ने ते कहना भी चलो ठीक है नहीं जगाउंदे जोत, पर जे कोई होर आ गया साडे कोल जिन्हें भेटा भी थोड़ी वध लैनी है भी असीं मर्यादा च पूरे पाठ करना है, उन्हें कहा जी नहीं महापुरखों की मर्यादा है, कुंभ ते रखना ही रखना, कपड़ा लियाओ चलो लाल नहीं तो हुण पीड़ा लै आउंदे ने, गल ते उही है। ते असीं कहना भी चलो ठीक है 7 वजन जी आपां लै आउने। ये दुविधा वाली सिक्खी है, मतलब भाव की भी साडा नहीं कोई मतलब तुसी जिद्दां को आपां कर लैने नहीं। जदों मर्यादा की गल समझ लई है ना, जे कोई कहिंदा भी है ना आण के
ਤੇ ਬੇਨਤੀ ਕੀਤੀ ਜਾ ਸਕਦੀ ਵੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲਾਂ ਦਾ ਖੰਡਨ ਕੀਤਾ, ਅਸੀਂ ਇਹ ਨਹੀਂ ਰੱਖਣਾ, ਤੁਸੀਂ ਸਾਨੂੰ ਗੁਰਬਾਣੀ ਪੜ੍ਹ ਕੇ ਜ਼ਰੂਰ ਸੁਣਾਓ। ਤੇ ਸਾਨੂੰ ਡਰ ਹੁੰਦਾ ਹੈ ਕਿ ਜੇ ਬਾਬੇ ਨਾਰਾਜ਼ ਹੋ ਗਏ, ਪਤਾ ਨਹੀਂ ਕੋਈ ਅਰਦਾਸ ਹੀ ਪੁੱਠੀ ਕਰ ਦੇਣੀ, ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਅਸੀਂ ਵੀ ਪ੍ਰਚਾਰ ਕਰਦੇ ਹਾਂ, ਕੈਮਰਾ ਲੱਗਾ, ਰਿਕਾਰਡਿੰਗ ਹੋ ਰਹੀ ਹੈ, YouTube ਤੇ ਸਾਰੀ ਇਹ ਕਥਾ ਪੈਣੀ ਹੈ, ਤੇ ਸਾਡੇ ਬਾਰੇ ਵੀ ਤੇ ਕੋਈ ਅਰਦਾਸ ਕਰ ਸਕਦਾ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ। ਤੇ ਇੰਨਾ ਡਰਨ ਦੀ ਲੋੜ ਨਹੀਂ ਹੈ। ਸਿੱਖ ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਗੁਰੂ ਕੀ ਬਾਣੀ ਤੇ ਭਰੋਸਾ ਕਰਿਆ ਕਰੋ, ਬੰਦਿਆਂ ਕੋ ਡਰਨ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਮਿਹਰ ਕਰੇ, ਆਪਾਂ ਜਿਹੜੀ ਸਿੱਖ ਰਹਿਤ ਮਰਿਆਦਾ ਪੰਥ ਨੇ ਬਣਾਈ ਹੈ, ਉਹਦੀ ਪਾਲਣਾ ਕਰਦਿਆਂ ਹੋਇਆ ਆਪਾਂ ਆਪਣਾ ਜੀਵਨ ਸਫਲ ਬਣਾਉਣ ਦਾ ਯਤਨ ਕਰੀਏ। ਸਵਾਓ ਇਹ ਨੇਕ ਸ਼ਬਦ ਪ੍ਰਵਾਨ ਕਰਨੇ। ਨਵਾਂ ਸਾਲ 2012 ਵੀ ਰਾਤ ਵੀ ਵਿਸ਼ੇਸ਼ ਦੀਵਾਨਸੀ ਆਰੰਭਤਾ ਹੋਈ ਹੈ। ਹੁਣ ਵੀ ਬੜੇ ਪਿਆਰ ਨਾਲ ਤੁਸੀਂ ਜੁੜ ਬੈਠੇ ਹੋ। ਸਤਿਗੁਰੂ ਪਾਤਸ਼ਾਹ ਮਿਹਰ ਕਰੇ, ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਔਰ ਇਹ ਬੇਨਤੀ ਕਰਾਂ ਵੀ ਅੱਜ ਆਪਾਂ ਸਧਾਰਨ ਤੇ ਅਖੰਡ ਪਾਠ ਦੀ ਮਰਿਆਦਾ ਸਮਝ ਲਈ ਹੈ ਨਾ। ਜੇ ਪਹਿਲਾਂ ਨਹੀਂ ਪਾਲਣਾ ਕੀਤੀ ਤਾਂ 2012 ਤੋਂ ਸ਼ੁਰੂ ਕਰ ਲਈਏ, ਅੱਜ ਤੋਂ ਸ਼ੁਰੂ ਕਰ ਲਈਏ ਵੀ ਅਸੀਂ ਅਖੰਡ ਪਾਠ ਦੀ ਸੇਵਾ ਇਵੇਂ ਕਰਨੀ ਹੈ, ਇਵੇਂ ਘਰ ਵਿੱਚ ਅਖੰਡ ਪਾਠ ਦੀ ਮਰਿਆਦਾ ਨਿਭਾਉਣੀ ਹੈ। ਗੁਰੂ ਮਿਹਰ ਕਰੇਗਾ, ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।